हेलो एवरीवन, वेलकम बैक वंस अगेन। आज अपनी मास्टर क्लास सीडीपी फॉर पीएसटेट ਦੀ 8th क्लास है। जिन्ना स्टूडेंट ने ऑलरेडी पहला टैलीग्राम ਨੂੰ ज्वाइन ਕੀਤਾ ਹੋਇਆ ਉਹਨਾਂ ਨੂੰ ਇੱਕ ਦਿਨ ਪਹਿਲਾਂ ਇਹ ਕਲਾਸ ਦੀ ਪੀਡੀਐਫ ਜਿਹੜੀ ਕਿ ਸੈਂਡ ਕਰ ਦਿੱਤੀ ਗਈ ਸੀ ਤਾਂ ਜੋ ਉਹ ਆਪਣੇ ਬਿਹਾਫ ਦੇ ਉੱਪਰ ਕੁਐਸਚਨ ਨੂੰ ਸੋਲਵ ਕਰ ਸਕਣ। ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਇਹੀ ਪੀਡੀਐਫ ਜਿਹੜੀ ਕਿ ਡਿਸਕਸ ਕਰਾਂਗੇ ਜਿਸ ਤੇ ਤੁਸੀਂ ਆਪਣਾ ਲੈਵਲ ਚੈੱਕ ਕਰੋਗੇ ਜੀ ਕਿ 15 ਕੁਐਸਚਨ ਵਿੱਚ ਤੁਹਾਡੇ ਕਿੰਨੇ ਸਹੀ ਗਏ ਨੇ ਤੇ ਕਿੰਨੇ ਗਲਤ ਗਏ ਨੇ। ਤੇ ਜਿੰਨਾ ਸਟੂਡੈਂਟ ਨੇ ਹੁਣ ਤੱਕ ਟੈਲੀਗ੍ਰਾਮ ਨਹੀਂ ਜੁਆਇਨ ਕੀਤਾ ਉਹ ਟੈਲੀਗ੍ਰਾਮ ਜ਼ਰੂਰ ਜੁਆਇਨ ਕਰਨ, ਜੋ ਹੈ ਜੀ smile_learning_1 2, ਤਾਂ ਜੋ ਤੁਹਾਨੂੰ ਹਰ ਕਲਾਸ ਦੀ ਟਾਈਮਿੰਗ ਤੇ ਪੀਡੀਐਫ ਤੇ ਵੀਡੀਓ ਦਾ ਲਿੰਕ ਜਿਹੜਾ ਕਿ ਉਸ ਤੇ ਮਿਲ ਸਕੇ। ਠੀਕ ਹੈ ਜੀ, ਤੇ ਚਲਿਏ ਡਿਸਕਸ ਕਰਦੇ ਹਾਂ। ਜੇਕਰ ਤੁਹਾਨੂੰ ਸਾਡੇ ਚੈਨਲ ਦੇ ਉੱਪਰ ਵੀਡੀਓਜ਼ ਵਧੀਆ ਲੱਗ ਰਹੀਆਂ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ, ਕਮੈਂਟਸ ਕਰਨਾ ਨਾ ਭੁੱਲਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਤੇ ਜਾ ਕੇ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰ ਲਓ ਤਾਂ ਜੋ ਤੁਹਾਨੂੰ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਤੇ ਮਿਲਦੀ ਰਹੇ। ਤਾਂ ਚਲਿਏ ਜੀ ਡਿਸਕਸ ਕਰਦੇ ਹਾਂ। ਤਾਂ ਅੱਜ ਦਾ ਆਪਣਾ ਫਸਟ ਕੁਐਸਚਨ ਹੈ, ਇੱਕ ਅਧਿਆਪਕ ਦੀ ਸਭ ਤੋਂ ਵੱਡੀ ਚੁਣੌਤੀ ਹੈ ਕਿ ਦੀ ਮੋਸਟ ਇੰਪੋਰਟੈਂਟ ਚੈਲੰਜ ਫॉर ਅ ਟੀਚਰ ਇਜ਼ A, ਵਿਦਿਆਰਥੀ ਦੀਆਂ ਵਿਅਕਤੀਗਤ ਮਨੋਵਿਗਿਆਨਿਕ ਲੋੜਾਂ ਨੂੰ ਸਮਝਣਾ, ਟੂ ਅੰਡਰਸਟੈਂਡ ਦੀ ਇੰਡੀਵਿਜੂਅਲ ਸਾਈਕੋਲੋਜੀਕਲ ਨੀਡਸ ਆਫ ਸਟੂਡੈਂਟਸ। B, ਜਮਾਤ ਵਿੱਚ ਚੰਗਾ ਅਨੁਸ਼ਾਸਨ ਬਣਾ ਕੇ ਰੱਖਣਾ, ਟੂ ਮੇਨਟੇਨ ਗੁੱਡ ਡਿਸਪਲਿਨ ਇਨ ਦੀ ਕਲਾਸ। C, ਅਧਿਆਪਕ ਸਿੱਖਣ ਪ੍ਰਕਿਰਿਆ ਨੂੰ ਆਨੰਦਮਈ ਬਣਾਉਣਾ, ਟੂ ਮੇਕ ਟੀਚਿੰਗ ਲਰਨਿੰਗ ਪ੍ਰੋਸੈਸ ਇੰਜੋਏਬਲ। D, ਵਿਦਿਆਰਥੀ ਨੂੰ ਘਰ ਲਈ ਬਹੁਤ ਸਾਰਾ ਕੰਮ ਦੇਣਾ ਅਤੇ ਉਸ ਦੀ ਠੀਕ ਢੰਗ ਨਾਲ ਪੜਤਾਲ ਕਰਨਾ, ਟੂ ਅਸਾਈਨ ਸਟੂਡੈਂਟ ਗੁੱਡ ਹੋਮ ਅਸਾਈਨਮੈਂਟਸ ਐਂਡ ਚੈੱਕ them properly। ਸਭ ਤੋਂ ਪਹਿਲਾਂ ਆਪਾਂ ਕੁਐਸਚਨ ਨੂੰ ਸਮਝਾਂਗੇ ਕੀ ਕਿਹਾ ਕਿ ਇੱਕ ਅਧਿਆਪਕ ਦੀ ਸਭ ਤੋਂ ਵੱਡੀ ਚੁਣੌਤੀ ਕੀ ਹੁੰਦੀ ਹੈ, ਕੀ ਇੰਪੋਰਟੈਂਟ ਚੈਲੰਜ ਹੈ। ਤਾਂ ਫਸਟ ਹੈ ਜੀ ਵਿਦਿਆਰਥੀਆਂ ਦੇ ਵਿਅਕਤੀਗਤ ਮਨੋਵਿਗਿਆਨਿਕ ਲੋੜਾਂ ਨੂੰ ਸਮਝਣਾ ਕਿ ਇੱਕ ਟੀਚਰ ਨੂੰ ਚਾਹੀਦਾ ਹੈਗਾ ਕਿ ਜਿੰਨਾ ਕਲਾਸ ਦੇ ਵਿੱਚ ਜਿਹੜੇ ਸਟੂਡੈਂਟ ਹੈਗੇ ਆ ਉਹਨਾਂ ਦੇ ਹਰ ਇੱਕ ਦੇ ਬਾਰੇ ਇੰਡੀਵਿਜੂਅਲੀ ਕੀ ਨੀਡਸ ਹੈਗੀਆਂ ਉਹਨਾਂ ਦੇ ਬਾਰੇ ਟੀਚਰ ਨੂੰ ਪਤਾ ਹੋਣਾ ਚਾਹੀਦਾ ਹੈ। ਬੀ ਆਪਸ਼ਨ ਹੈ ਕਿ ਜਮਾਤ ਵਿੱਚ ਚੰਗਾ ਅਨੁਸ਼ਾਸਨ ਬਣਾ ਕੇ ਰੱਖਣਾ, ਕੱਲਾ ਅਨੁਸ਼ਾਸਨ ਬਣਾ ਕੇ ਰੱਖਣਾ, ਕਲਾਸ ਦੇ ਵਿੱਚ ਮੇਨਟੇਨ ਕਰਨਾ ਹੀ ਇੱਕ ਟੀਚਰ ਦੀ ਜਿਹੜੀ ਕੀ ਹੈ ਟੀਚਰ ਲਈ ਚੈਲੰਜ ਹੁੰਦਾ ਹੈ। ਸੀ ਹੈ ਅਧਿਆਪਕ ਸਿੱਖਣ ਪ੍ਰਕਿਰਿਆ ਨੂੰ ਆਨੰਦਮਈ ਬਣਾਉਣਾ, ਯਾਨੀ ਕਿ ਲਰਨਿੰਗ ਪ੍ਰੋਸੈਸ ਕਰ ਲਈ ਇੰਜੋਏਬਲ ਕਰਨ ਲਈ ਬਣਾ ਦਿਓ ਕਿ ਬੱਚੇ ਸਿਰਫ ਉਸ ਵਿੱਚ ਇੰਜੋਏ ਕਰ ਸਕਣ। ਜਾਂ ਡੀ ਹੈਗਾ ਵਿਦਿਆਰਥੀਆਂ ਨੂੰ ਘਰ ਲਈ ਬਹੁਤ ਸਾਰਾ ਕੰਮ ਦੇ ਦੇਣਾ ਤੇ ਫਿਰ ਉਹ ਜਦੋਂ ਕੰਮ ਕਰਕੇ ਆਣਗੇ ਤਾਂ ਜਿਸ ਤਰੀਕੇ ਨਾਲ ਕੰਮ ਕਰਨਗੇ ਉਸ ਦੇ ਢੰਗ ਦੀ ਪੜਤਾਲ ਕਰਨਾ। ਠੀਕ ਹੈ, ਜੇਕਰ ਇਸ ਦਾ ਰਾਈਟ ਆਨਸਰ ਹੈ ਜੀ ਏ ਫਸਟ ਦਾ, ਉਹ ਹੈ ਜੀ ਏ। ਠੀਕ ਹੈ, ਹਰ ਇੱਕ ਟੀਚਰ ਨੂੰ ਆਪਦੀ ਕਲਾਸ ਦੇ ਵਿੱਚ ਕੀ ਚਾਹੀਦਾ ਹੈ ਕਿ ਜਿੰਨੇ ਵੀ ਸਟੂਡੈਂਟ ਪੜ੍ਹ ਰਹੇ ਹੈਗੇ ਆ ਉਹਨਾਂ ਦੀਆਂ ਨੀਡਸ ਦੇ ਅਕੋਰਡਿੰਗ, ਠੀਕ ਹੈ, ਇੰਡੀਵਿਜੂਅਲੀ, ਠੀਕ ਹੈ, ਸਾਈਕੋਲੋਜੀਕਲ ਨੀਡਸ ਜਿਹੜੀਆਂ ਕੀ ਆ ਪਤਾ ਹੋਣੀਆਂ ਚਾਹੀਦੀਆਂ, ਉਹਨਾਂ ਨੂੰ ਜਿਹੜਾ ਕਿ ਸਮਝੇ, ਇੱਕ ਟੀਚਰ ਸਮਝੇ ਕਿ ਕਿਸੇ ਸਟੂਡੈਂਟ ਦਾ ਕਿਹੜਾ ਲੈਵਲ ਆ ਤਾਂ ਉਹ ਸਾਰਿਆਂ ਨੂੰ ਬਰਾਬਰ ਉਹਨਾਂ ਦੇ ਨੀਡਸ ਨੂੰ ਸਮਝ ਕੇ ਉਹਨਾਂ ਦੇ ਲੈਵਲ ਦੇ ਅਕੋਰਡਿੰਗ ਜਿਹੜਾ ਕਿ ਉਹਨਾਂ ਨੂੰ ਟੀਚ ਕੀਤਾ ਜਾਵੇ। ਚੰਗਾ ਅਨੁਸ਼ਾਸਨ ਕਲਾਸ ਵਿੱਚ ਦੇ ਦੇਣਾ ਨਹੀਂ, ਆਨੰਦਮਈ ਕਲਾਸ ਬਣਾ ਦੇਣਾ ਨਹੀਂ, ਇਹ ਵੀ ਰੋਂਗ ਆਪਸ਼ਨ ਹੈ। ਤੇ ਬਹੁਤ ਸਾਰਾ ਕੰਮ ਦੇ ਕੇ ਅਸੀਂ ਕਿਸੇ ਵੀ ਬੱਚੇ ਦੀ ਠੀਕ ਢੰਗ ਨਾਲ ਪੜਤਾਲ ਜਿਹੜੀ ਕੀ ਆ ਨਹੀਂ ਕਰ ਸਕਦੇ। ਠੀਕ ਹੈ ਜੀ, ਤੇ ਇਹ ਇਸ ਦਾ ਰਾਈਟ ਆਨਸਰ ਸੀ। ਨੈਕਸਟ ਕੁਐਸਚਨ ਹੈ, ਅਧਿਆਪਕ ਦੇ ਅਧਿਆਪਨ ਨੂੰ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ ਜਦੋਂ A teacher's effectiveness in teaching can be judged when it A, ਉਹ ਚੰਗਾ ਨਤੀਜਾ ਲਿਆਉਂਦਾ ਹੈ, brings good results। B, ਸਿਖਿਆਰਥੀ ਦਾ ਬੁੱਧੀ ਅੰਕ ਵਧਾਉਂਦਾ ਹੈ, raises the IQ of learners। C, ਸਿਖਿਆਰਥੀਆਂ ਦੀ ਸੋਚ ਨੂੰ ਉਤੇਜਿਤ ਕਰਦਾ ਹੈ, stimulates the learner's thinking। D, ਉਪਰੋਕਤ ਵਿੱਚੋਂ ਕੋਈ ਨਹੀਂ, none of these। ਠੀਕ ਹੈ ਜੀ, ਕੀ ਹੈ ਕਿ ਟੀਚਰਸ ਦੀ ਇਫੈਕਟਿਵਨੈਸ ਇਨ ਟੀਚਿੰਗ ਨੂੰ ਅਸੀਂ ਕਿਵੇਂ ਜੱਜ ਕਰ ਸਕਦੇ। ਠੀਕ ਹੈ, ਇਹ ਤਾਂ ਇਸ ਦਾ ਜੇਕਰ ਰਾਈਟ ਆਨਸਰ ਆਪਾਂ ਗੱਲ ਕਰੀਏ ਪਹਿਲਾਂ ਹੈਗਾ ਜੀ, ਇਹ ਹੈਗਾ ਸਿਖਿਆਰਥੀ ਦੀ ਸੋਚ ਨੂੰ ਉਤੇਜਿਤ ਕਰਨਾ। ਠੀਕ ਹੈ, ਇਕੱਲੇ ਚੰਗਾ ਰਿਜ਼ਲਟ ਲਿਆਉਣ ਨਾਲ ਅਸੀਂ ਇਹ ਨਹੀਂ ਕਹਿ ਸਕਦੇ ਕਿ ਬੱਚੇ ਨੇ ਜੇਕਰ ਰਿਜ਼ਲਟ ਵਧੀਆ ਲਿਆਂਦਾ ਤੇ ਇਸ ਨਾਲ ਟੀਚਰ ਦੀ ਜਿਹੜੀ ਕਿ ਟੀਚਿੰਗ ਆ ਬਹੁਤ ਵਧੀਆ। ਜੇਕਰ ਬੱਚੇ ਦਾ ਬੁੱਧੀ ਅੰਕ ਮਤਲਬ ਕੋਈ ਟੀਚਰ ਜਿਹੜਾ ਕਿ ਬਹੁਤ ਵਧੀਆ ਢੰਗ ਨਾਲ ਪੜਾਊਗਾ ਤੇ ਇਸ ਨਾਲ ਬੁੱਧੀ ਅੰਕ ਵੱਧ ਜੂਗਾ, ਇਹ ਵੀ ਨਹੀਂ ਅਸੀਂ ਕਹਿ ਸਕਦੇ। ਤੇ ਲਾਸਟ ਆਪਸ਼ਨ ਤਾਂ ਹੈ ਹੀ ਨਹੀਂ ਸੀ। ਇਸ ਲਈ ਕੀ ਹੈ ਕਿ ਸਿਖਿਆਰਥੀਆਂ ਦੀ ਜਿਹੜੀ ਸੋਚ ਨੂੰ ਜਿਹੜਾ ਕਿ ਉਤੇਜਿਤ ਕੀਤਾ ਜਾਵੇ, ਉਹਨਾਂ ਦੀ ਲਰਨਰ ਥਿੰਕਿੰਗ ਨੂੰ ਜਿਹੜਾ ਕੀ ਆ ਹੋਰ ਮੋਟੀਵੇਟ ਕਰਕੇ ਉਹਨਾਂ ਵਿੱਚ ਕਿਸੇ ਚੀਜ਼ ਦਾ ਇੰਟਰਸਟ ਤੇ ਰੁਚੀ ਪੈਦਾ ਕੀਤੀ ਜਾਵੇ। ਜੇਕਰ ਇਹ ਟੀਚਰ ਕੋਈ ਕਰ ਲੈਂਦਾ ਤਾਂ ਹੀ ਉਸਦੀ ਟੀਚਰ ਦੀ ਜਿਹੜੀ ਟੀਚਿੰਗ ਨੂੰ ਅਸੀਂ ਇਫੈਕਟਿਵਨੈਸ ਮਿਲਣਾ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ, ਪਿਊਟਰੀ ਗ੍ਰੰਥੀ ਕੀ ਹੁੰਦੀ ਹੈ, ਵਾਟ ਇਜ਼ ਅ ਪਿਊਟਰੀ ਗਲੈਂਡ। A, ਮੁੱਖ ਗ੍ਰੰਥੀ ਹੈ ਯਾਨੀ ਕਿ ਮੇਨ ਗਲੈਂਡ। B, ਆਮ ਗ੍ਰੰਥੀ ਹੈ, ਜਨਰਲ ਗਲੈਂਡ। C, ਦੋਵੇਂ A and B ਹੈ। D ਹੈ ਜੀ ਉਪਰੋਕਤ ਕੋਈ ਨਹੀਂ, none of these। ਠੀਕ ਹੈ, ਤਾਂ ਇਸ ਦਾ ਰਾਈਟ ਆਨਸਰ ਹੈ ਜੀ
ਉਹ ਮੈਂ ਤੁਹਾਨੂੰ ਦੱਸ ਦਿੰਦੀ ਕਿ ਇਸ ਦਾ ਰਾਈਟ ਆਨਸਰ ਹੈ ਉਹ ਹੈ ਏ। ਠੀਕ ਹੈ ਜੀ, ਮੇਨ ਗਲੈਂਡ। ਠੀਕ ਹੈ, ਪਿਊਟਰੀ ਗ੍ਰੰਥੀ ਨੂੰ ਮਾਸਟਰ ਗਲੈਂਡ ਵੀ ਜਿਹੜਾ ਕੀ ਹੈ ਕਿਹਾ ਜਾਂਦਾ ਹੈਗਾ। ਠੀਕ ਹੈ, ਇਹ ਵੀ ਕੁਐਸਚਨ ਇੰਪੋਰਟੈਂਟ ਆ, ਇਸ ਤੇ ਕੁਐਸਚਨ ਆ ਸਕਦਾ ਐਗਜ਼ਾਮ ਦੇ ਵਿੱਚ। ਮੁੱਖ ਗ੍ਰੰਥੀ ਹੁੰਦੀ ਹੈ, ਇਸ ਵਿੱਚ ਕੀ ਹੁੰਦਾ ਹੈ ਕਿ ਜਾਂ ਤਾਂ ਕਿਸੇ ਬੱਚੇ ਦਾ ਕੱਦ ਜਿਹੜਾ ਕਿ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਠੀਕ ਹੈ, ਜਾਂ ਕਿਸੇ ਬੱਚੇ ਦਾ ਜਿਹੜਾ ਕੱਦ ਬਹੁਤ ਜ਼ਿਆਦਾ ਛੋਟਾ ਹੁੰਦਾ ਹੈ, ਤਾਂ ਉਸਦੇ ਜਿਹੜਾ ਹੋਣ ਵਾਲੀ ਇਹ ਕਿਰਿਆਸ਼ੀਲ ਹੋਣਾ, ਜੋ ਵੀ ਇਹ ਕਿਰਿਆਸ਼ੀਲ ਹੁੰਦਾ, ਯਾਨੀ ਕਿ ਜਿਹੜਾ ਵੀ ਇੰਪੈਕਟ ਇਸ ਤੇ ਪੈਂਦਾ ਹੈ ਉਹ ਕਿਸ ਦੇ ਥਰੂ ਪੈਂਦਾ ਹੈਗਾ, ਪਿਊਟਰੀ ਗਲੈਂਡ, ਜਿਹੜੀ ਕਿ ਸਾਡੀ ਮਾਸਟਰ ਗਲੈਂਡ ਹੁੰਦੀ ਹੈ। ਠੀਕ ਹੈ ਜੀ, ਹੁਣ ਤੁਹਾਨੂੰ ਇਹ ਚੀਜ਼ ਪਤਾ ਲੱਗ ਗਈ ਹੋਊਗੀ ਕਿ ਆਪਣੀ ਬੋਡੀ ਦੇ ਵਿੱਚ ਪਿਊਟਰੀ ਗ੍ਰੰਥੀ ਦਾ ਕੀ ਅਹਿਮ ਜਿਹੜਾ ਕਿ ਰੋਲ ਅਦਾ ਕਰਦੀ। ਨੈਕਸਟ ਕੁਐਸਚਨ ਹੈ, ਥਾਈਮਸ ਗ੍ਰੰਥੀ ਨੂੰ ਹੋਰ ਕਿਸੇ ਨਾਮ ਨਾਲ ਜਾਣਿਆ ਜਾਂਦਾ ਹੈ। ਵਟ ਇਜ਼ ਦਾ ਅਦਰ ਨੇਮ ਆਫ ਥਾਈਮਸ ਗਲੈਂਡ? ਏ ਪਾਈਨਲ ਗ੍ਰੰਥੀ, ਡੀ थायराइड ग्रंथि यानी कि थायराइड ग्लैंड, सी लिंग ग्रंथि सेक्स ग्लैंड, एंड डी है जी उपरोक्त कोई नहीं, नन ऑफ दीज। ठीक है, इसका राइट आंसर है जी ए। ठीक है, क्योंकि थाइमस ग्लैंड, ठीक है, इसनों होर किस नाम नाल जानिया जाता है, तो इसनों कहते हैं जी पाइनल ग्रंथि। ठीक है जी, तो इसका इंपॉर्टेंट सी। ਨੈਕਸਟ ਹੈ ਜੀ, ਕਿਹੜੇ ਸਿਧਾਂਤ ਅਨੁਸਾਰ ਵਿਕਾਸ ਦੀਆਂ ਸਾਰੀਆਂ ਦਿਸ਼ਾਵਾਂ ਦਾ ਆਪਸ ਵਿੱਚ ਇੱਕ ਦੂਜੇ ਨਾਲ ਸੰਬੰਧ ਹੁੰਦਾ ਹੈ? ਅਕੋਰਡਿੰਗ ਟੂ ਵਿਚ ਪ੍ਰਿੰਸੀਪਲ ਆਲ ਡਾਇਰੈਕਸ਼ਨਸ, ਇੱਥੇ ਈ ਆਊਗਾ ਤੇ ਇੱਥੇ ਸੀ ਆਊਗਾ। ਆਲ ਡਾਇਰੈਕਸ਼ਨ ਆਫ ਡਿਵੈਲਪਮੈਂਟ ਆਰ ਰਿਲੇਟਡ ਟੂ ਈਚ ਅਦਰ। ਏ ਨਿੱਜੀ ਅੰਤਰ ਦਾ ਸਿਧਾਂਤ, ਪ੍ਰਿੰਸੀਪਲ ਆਫ ਇੰਡੀਵਿਜੂਅਲ ਡਿਫਰੈਂਸਿਸ। ਬੀ ਵਿਭਿੰਨ ਪਰਸਪਰ ਦਾ ਸਿਧਾਂਤ, ਪ੍ਰਿੰਸੀਪਲ ਆਫ ਡਿਫਰੈਂਟ ਇੰਟਰਲੇਸ਼ਨ। ਸੀ ਨਿਰੰਤਰ ਪ੍ਰਕਿਰਿਆ ਦਾ ਸਿਧਾਂਤ, ਪ੍ਰਿੰਸੀਪਲ ਆਫ ਕੰਟੀਨਿਊਟੀ। ਐਂਡ ਡੀ ਹੈ ਜੀ ਪ੍ਰਤੀਰੂਪਤਾ ਦਾ ਸਿਧਾਂਤ, ਪ੍ਰਿੰਸੀਪਲ ਆਫ ਯੂਨੀਫਿਕੇਸ਼ਨ। ਕੀ ਦਿੱਤਾ ਗਿਆ, ਕਿਹੜੇ ਸਿਧਾਂਤ ਅਨੁਸਾਰ ਵਿਕਾਸ ਦੀਆਂ ਸਾਰੀਆਂ ਦਿਸ਼ਾਵਾਂ, ਠੀਕ ਹੈ, ਇੰਗਲਿਸ਼ ਵਿੱਚ ਜੇਕਰ ਕਰੀਏ ਆਲ ਡਾਇਰੈਕਸ਼ਨਸ। ਠੀਕ ਹੈ, ਇੱਕ ਵਾਰੀ ਦੁਬਾਰਾ ਇੱਥੇ ਕਲੀਅਰ ਕਰਕੇ ਲਿਖ ਦਿੰਦੇ ਆ, ਆਲ ਡਾਇਰੈਕਸ਼ਨ ਆਫ ਡਿਵੈਲਪਮੈਂਟ। ਠੀਕ ਹੈ, ਤਾਂ ਕਿਹੜਾ ਜਿਹੜੀਆਂ ਕਿ ਇੱਕ ਦੂਜੇ ਨਾਲ ਸੰਬੰਧਿਤ ਹੁੰਦੇ ਆ। ਠੀਕ ਹੈ, ਹੁਣ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਵੀ ਕੁਐਸਚਨ ਦੇ ਵਿੱਚ ਕਈ ਵਾਰ ਕਈ ਕੀਵਰਡਸ ਤੁਸੀਂ ਲੱਭਣੇ ਆ ਜਿਸ ਦੇ ਥਰੂ ਤੁਸੀਂ ਉਹ ਕੁਐਸਚਨ ਨੂੰ ਸੋਲਵ ਕਰ ਸਕੋ। ਠੀਕ ਹੈ, ਆਪਾਂ ਨੂੰ ਪਤਾ ਹੈ ਇਸ ਵਿੱਚ ਡਿਵੈਲਪਮੈਂਟ ਦੀ ਗੱਲ ਕੀਤੀ ਗਈ ਹੈ, ਇਸ ਦੇ ਵਿੱਚ ਆਲ ਡਾਇਰੈਕਸ਼ਨਸ ਦੇ ਬਾਰੇ ਗੱਲ ਕੀਤੀ ਗਈ ਹੈ ਜੋ ਇੱਕ ਦੂਜੇ ਨਾਲ ਰਿਲੇਟਡ ਆ। ਠੀਕ ਹੈ, ਤਾਂ ਆਪਾਂ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਡਿਸਕਸ ਕੀਤਾ ਸੀ ਕਿ ਕਿਹੜੀਆਂ ਡਾਇਰੈਕਸ਼ਨਸ ਜਿਹੜੀਆਂ ਇੱਕ ਦੂਜੇ ਨਾਲ ਰਿਲੇਟਡ ਆ, ਜਿਹੜੀਆਂ ਡਿਵੈਲਪਮੈਂਟ ਤੇ ਪ੍ਰਭਾਵ ਪਾਉਂਦੀਆਂ। ਤਾਂ ਪਹਿਲਾਂ ਆਪਾਂ ਇਸ ਦਾ ਜਿਹੜਾ ਆਨਸਰ ਦੇਖ ਲੈਂਦੇ ਹਾਂ ਕਿ ਕੀ ਹੈ, ਉਹ ਹੈ ਜੀ ਪ੍ਰਿੰਸੀਪਲ ਆਫ ਡਿਫਰੈਂਟ ਇੰਟਰਲੇਸ਼ਨ। ਠੀਕ ਹੈ, ਇੰਡੀਵਿਜੂਅਲ ਡਿਫਰੈਂਸ ਨਹੀਂ ਆਊਗਾ, ਕੰਟੀਨਿਊਟੀ ਨਹੀਂ ਆਊਗਾ, ਯੂਨੀਫਿਕੇਸ਼ਨ ਨਹੀਂ ਆਊਗਾ। ਕਿਵੇਂ ਇੰਟਰਲੇਸ਼ਨ, ਕਿਹੜੀਆਂ ਹੋ ਗਿਆ ਜਿਹੜੀਆਂ ਮੈਂ ਤੁਹਾਨੂੰ ਸ਼ਾਰਟ ਚ ਇੱਕ ਟ੍ਰਿਕ ਦੇ ਤੌਰ ਤੇ ਯਾਦ ਕਰਨ ਕਿਹਾ ਸੀ, PSCE ਫਾਰਮੂਲਾ ਤੁਸੀਂ ਯਾਦ ਕਰ ਲੈਣਾ ਕਿ P ਦਾ ਮਤਲਬ ਹੈਗਾ ਜੀ ਫਿਜ਼ੀਕਲੀ। ਠੀਕ ਹੈ, ਇਹ ਇੱਕ ਦੂਜੇ ਨਾਲ ਰਿਲੇਟਡ। S ਦਾ ਮਤਲਬ ਹੈਗਾ ਸੋਸ਼ਲ, C ਦਾ ਮਤਲਬ ਹੈਗਾ ਕੋਗਨੀਟਿਵ। ਤਾਂ ਇਹ ਤੁਸੀਂ ਚੀਜ਼ ਨੂੰ ਯਾਦ ਰੱਖਣਾ ਹੈ, ਬਹੁਤ ਵਾਰ ਹੁੰਦਾ। ਤੇ E ਦਾ ਮਤਲਬ ਹੈਗਾ ਜੀ ਇਮੋਸ਼ਨਲ। ਇਹ ਇੱਕ ਦੂਜੇ ਨਾਲ ਰਿਲੇਟਡ। ਕਦੇ ਵੀ ਆਪਾਂ ਐ ਕਦੇ ਦੇਖਿਆ ਕਿ ਕੋਈ ਬੱਚਾ ਜਿਹੜਾ ਕਿ ਫਿਜ਼ੀਕਲ ਤੌਰ ਤੇ ਵਧੀਆ ਹੋਵੇ, ਸਮਾਜ ਬਾਰੇ ਉਹਨੂੰ ਕੋਈ ਪਤਾ ਹੀ ਨਾ ਹੋਵੇ, ਜਾਂ ਕੋਗਨੀਟਿਵ ਦਿਮਾਗ ਨਾਲ ਯੂਜ਼ ਕਰ ਪਾਉਂਦਾ ਹੋਵੇ, ਜਾਂ ਇਮੋਸ਼ਨਲ ਬਹੁਤ ਹੋਵੇ। ਹਰ ਇੱਕ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਡਿਵੈਲਪਮੈਂਟ ਦਾ ਹਿੱਸਾ ਹੈ। ਠੀਕ ਹੈ, ਫਿਜ਼ੀਕਲ ਵੀ ਹੋਊਗਾ, ਸੋਸ਼ਲ ਵੀ ਹੋਊਗਾ, ਕੋਗਨੀਟਿਵ ਵੀ ਹੋਊਗਾ ਤੇ ਇਮੋਸ਼ਨਲ ਵੀ। ਇਹ ਸਾਰੀਆਂ ਡਾਇਰੈਕਸ਼ਨ ਇੱਕ ਦੂਜੇ ਨਾਲ ਰਿਲੇਟਡ ਆ, ਇਸ ਕਰਕੇ ਇਹ ਕਹਿ ਸਕਦੇ ਆ ਵੀ ਇੰਟਰਲੇਸ਼ਨ ਹੁੰਦਾ ਪ੍ਰਿੰਸੀਪਲ ਦਾ ਸਿਧਾਂਤ ਆ। ਠੀਕ ਹੈ, ਡਿਵੈਲਪਮੈਂਟ ਕਿਹਦਾ ਸਿਧਾਂਤ ਆ? ਪ੍ਰਿੰਸੀਪਲ ਆਫ, ਜੇਕਰ ਡਿਵੈਲਪਮੈਂਟ ਦੀ ਗੱਲ ਕਹੀ ਜਾਵੇ ਤਾਂ ਇਹ ਚਾਰੇ ਹੋਣਗੇ PSCE। ਠੀਕ ਹੈ ਜੀ, ਨੈਕਸਟ ਅਗਲੇ ਕੁਐਸਚਨ ਤੇ ਚੱਲਦੇ ਹਾਂ। ਵਿਕਾਸ ਦਾ ਸਧਾਰਨ ਸਿਧਾਂਤ ਕੀ ਹੈ? ਵਟ ਇਜ਼ ਦਾ ਜਨਰਲ ਪ੍ਰਿੰਸੀਪਲ ਆਫ ਡਿਵੈਲਪਮੈਂਟ? ਸਧਾਰਨ ਪੁੱਛਿਆ, ਠੀਕ ਹੈ, ਡਿਵੈਲਪਮੈਂਟ ਦਾ। ਇਹ ਵਿਕਾਸ ਦਾ ਨਕਲੀ ਕਰਨਾ, यानी कि डुप्लीकेशन ऑफ डेवलपमेंट। बी विकास खास तो साधारण वाल, डेवलपमेंट स्पेसिफिक टू जनरल। सी विकास निरंतर प्रक्रिया, डेवलपमेंट इज अ कंटिन्यूस प्रोसेस। डी है जी उपरोक्त कोई नहीं। तो इसका राइट आंसर है सी, डेवलपमेंट इज अ कंटिन्यू प्रोसेस आ। डेवलपमेंट जिहड़ी की आ वॉर्म टू टॉम जाती है। ठीक है, यानी कि साडे जन्म तो लैके, ठीक है, एक गर्भ तो लैके टॉम मतलब कबर, ठीक है, साडी मौत तक विकास लगातार चलने वाली प्रक्रिया। इसलिए ਅਸੀਂ ਕਹਿੰਦੇ ਹਾਂ ਡਿਵੈਲਪਮੈਂਟ ਇਜ਼ ਅ ਕੰਟੀਨਿਊ ਪ੍ਰੋਸੈਸ, ਇਹ ਕਦੇ ਵੀ ਖਤਮ ਨਹੀਂ ਹੋਣ ਵਾਲੀ। ਇਸ ਲਈ ਬਾਕੀ ਆਪਸ਼ਨਾਂ ਜਿਹੜੀਆਂ ਕੀ ਆ ਰੋਂਗ। ਅਗਲਾ ਨੈਕਸਟ ਕੁਐਸਚਨ ਹੈ, ਮਨੁੱਖ ਵਿੱਚ ਵਿਅਕਤੀਗਤ ਭਿੰਨਤਾਵਾਂ ਦਾ ਕਾਰਨ ਕੀ?
the cause of individual differences in human? A, ਅਲੱਗ-ਅਲੱਗ ਵਾਤਾਵਰਣ different environment, B, ਅਲੱਗ ਵੰਸ਼ different heredity, C, ਵੰਸ਼ ਅਤੇ ਵਾਤਾਵਰਣ ਸੰਬੰਧ relation of heredity and environment, D, ਦੋਵੇਂ ਵੰਸ਼ ਅਤੇ ਵਾਤਾਵਰਣ ਨਾਲ ਸੰਬੰਧਿਤ ਹਨ both are related to heredity and environment। ਠੀਕ ਹੈ ਜੀ, ਤਾਂ ਇਸ ਦਾ ਰਾਈਟ ਆਨਸਰ ਹੈਗਾ, ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਉਹ ਹੈਗਾ ਜੀ D, both are related to heredity and environment। ਕੱਲੇ ਇਨਵਾਇਰਮੈਂਟ ਦਾ ਇਫੈਕਟ ਨਹੀਂ ਹੋਗਾ, ਕੱਲੀ ਹੈਰੀਡਿਟੀ ਅਸੀਂ ਕਹਿ ਨਹੀਂ ਸਕਦੇ, ਠੀਕ ਹੈ, ਰਿਲੇਸ਼ਨ ਆਫ ਹੈਰੀਡਿਟੀ ਐਂਡ ਇਨਵਾਇਰਮੈਂਟ ਦਾ ਹੋਊਗਾ। ਜੇਕਰ ਆਪਸ਼ਨ ਦੇ ਵਿੱਚ ਕੱਲਾ ਇਹ ਵਾਲੀ ਆਪਸ਼ਨ ਹੁੰਦੀ ਤੇ ਡੀ ਆਪਸ਼ਨ ਕੁਝ ਹੋਰ ਦਿੱਤਾ ਹੁੰਦਾ ਕਿ ਕੋਈ ਨਹੀਂ, ਠੀਕ ਹੈ, ਜਾਂ ਆਲ ਆਫ ਦੀ ਸਾਰੇ ਹੀ ਆ, ਤਾਂ ਉਹ ਰੋਂਗ ਹੁੰਦਾ। ਇਸੇ ਲਈ ਆਪਾਂ ਇਹਨੂੰ ਸੀ ਨੂੰ ਟਿਕ ਲਾਣਾ ਸੀ, ਬਟ ਜਦੋਂ ਉਹਨਾਂ ਨੇ ਇਹ ਕਹਿਤਾ ਕਿ ਬੋਥ ਆਰ ਰਿਲੇਟਡ, ਦੋਵੇਂ ਹੀ ਪ੍ਰਭਾਵ ਪਾਉਂਦੇ ਆ, ਤਾਂ ਇਸ ਕਰਕੇ ਇਹ ਇਸ ਦਾ ਰਾਈਟ ਆਨਸਰ। ਠੀਕ ਹੈ, ਇੰਡੀਵਿਜੂਅਲ ਡਿਫਰੈਂਸਿਸ ਦੇ ਵਿੱਚ ਕੱਲਾ ਕਦੇ ਹੈਰੀਡਿਟੀ ਨਹੀਂ ਹੁੰਦਾ, ਕਦੇ ਇਨਵਾਇਰਮੈਂਟ ਕੱਲਾ ਇਫੈਕਟ ਨਹੀਂ ਪਾਉਂਦਾ, ਦੋਵਾਂ ਦਾ ਗੁਣਨਫਲ ਹੋਊਗਾ। ਇਹ ਵੀ ਬਹੁਤ ਇੰਪੋਰਟੈਂਟ ਆ, ਇਸ ਤੇ ਵੀ ਬਹੁਤ ਵਾਰ ਕੁਐਸਚਨ ਜਿਹੜੇ ਕਿ ਬਣ ਕੇ ਆਉਂਦੇ। ਠੀਕ ਹੈ, ਤਾਂ ਇੰਨੇ ਵਾਰ ਕੁਐਸਚਨ ਆਪਾਂ ਪੀਡੀਐਫ ਦੇ ਵਿੱਚ ਜਿਹੜੇ ਡਿਸਕਸ ਕਰ ਲਏ ਆ, ਤਾਂ ਕੁਝ ਕੁ ਥਿਊਰੀਆਂ ਤਾਂ ਤੁਹਾਨੂੰ ਐਵੇਂ ਹੀ ਯਾਦ ਹੋ ਜਾਣੀਆਂ ਚਾਹੀਦੀਆਂ ਹੈਗੀਆਂ ਕਿ ਇੰਡੀਵਿਜੂਅਲ ਡਿਫਰੈਂਸਿਸ ਕਿਸ ਤਰੀਕੇ ਨਾਲ ਹੁੰਦੇ, ਕਿ ਹਰ ਇੱਕ ਵਿਅਕਤੀ ਦਾ ਸੁਭਾਅ ਅਲੱਗ ਆ, ਹਰ ਇੱਕ ਵਿਅਕਤੀ ਆਪਣੇ ਆਪ ਵਿੱਚ ਯੂਨੀਕ ਆ, ਉਸ ਤੇ ਕਿਸ ਚੀਜ਼ ਦਾ ਇਫੈਕਟ ਪੈਂਦਾ, ਤਾਂ ਉਹ ਹੈਰੀਡਿਟੀ ਤੇ ਇਨਵਾਇਰਮੈਂਟ ਉਸ ਤੇ ਰੋਲ ਅਦਾ ਕਰਦੇ। ਦੋਵੇਂ ਇਕੱਲੇ ਅਸੀਂ ਅਸੀਂ ਇਹ ਨਹੀਂ ਕਦੇ ਕਹਿ ਸਕਦੇ ਕਿ ਉਸ ਤੇ ਹੈਰੀਡਿਟੀ ਦਾ ਇਕੱਲਾ ਇੰਪੈਕਟ ਪੈ ਰਿਹਾ ਜਾਂ ਇਨਵਾਇਰਮੈਂਟ ਦਾ। ਠੀਕ ਹੈ ਜੀ, ਤਾਂ ਉਹ ਆਪਸ਼ਨਾਂ ਰੋਂਗ ਹੋਣਗੀਆਂ, ਦੋਵੇਂ ਹੀ ਜਿਹੜੇ ਕੀ ਆ ਰਿਸਪੌਂਸੀਬਲ ਹੋਣਗੇ ਉਸਦੀ ਡਿਵੈਲਪਮੈਂਟ 'ਚ। ਨੈਕਸਟ ਹੈ, ਕਿਹੜਾ ਮੁੱਲ ਬੱਚਾ ਸਕੂਲ ਤੋਂ ਸਿੱਖਦਾ ਹੈ? Which value children learns from school? A, ईमानदारी यानी कि ऑनेस्टी, B, लोकतंत्र डेमोक्रेसी, C, पढ़ाई एजुकेशन, D, उपरोक्त सारे ऑल ऑफ दिस। तो बहुत ही इजी क्वेश्चन सी, इसका राइट आंसर आऊगा जी सारा कुछ। ठीक है, बच्चा ईमानदार रहना भी सीखता, डेमोक्रेसी, ठीक है, नैतिक मुੱਲ, ठीक है, मॉरल वैल्यू सीखता है, ਤੇ ਐਜੂਕੇਸ਼ਨ। ਤਾਂ ਇਹ ਤਿੰਨੇ ਹੀ ਜਿਹੜੇ ਬੱਚਾ ਸਕੂਲ ਦੇ ਵਿੱਚ ਚੀਜ਼ਾਂ ਨੂੰ ਸਿੱਖਦਾ ਹੈ। ਨੈਕਸਟ ਕੁਐਸਚਨ ਹੈ, ਮਾਪਿਆਂ ਤੋਂ ਬੱਚਿਆਂ ਤੱਕ ਗੁਣਾਂ ਦੇ ਸਫ਼ਰ ਨੂੰ ਆਖਦੇ ਹਨ। ਟ੍ਰਾਂਸਫਰ ਆਫ ਕੁਆਲਿਟੀਜ਼ ਫਰੋਮ ਪੇਰੈਂਟਸ ਟੂ ਚਿਲਡਰਨ ਇਜ਼ ਕਾਲਡ ਪਰਿਵਰਤਨ, ਚੇਂਜਿਸ, ਬੀ ਜੀਨਸ, ਸੀ ਵਿਰਾਸਤ ਹੈਰੀਡਿਟੀ, ਡੀ ਹੈ ਜੀ ਮਨ ਸਥਿਤੀ ਮਾਈਂਡ ਕੰਡੀਸ਼ਨਸ। ਤਾਂ ਇਸ ਦਾ ਰਾਈਟ ਆਨਸਰ ਹੈ ਉਹ ਹੈ ਜੀ ਜੀਨਸ। ਨੈਕਸਟ ਕੁਐਸਚਨ ਹੈ, ਕਿਹੜੀ ਬੁੱਧੀ ਦਾ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਤੇਜ਼ੀ ਹੁੰਦਾ ਹੈ? ਫਰੋਮ ਦੀ ਪੁਆਇੰਟ ਆਫ ਵਿਊ ਆਫ ਇੰਟੈਲੀਜੈਂਸੀ, ਇੱਥੇ ਇੱਕ ਹੀ ਆਊਗੀ। Which children develop early physically and mentally? A, ਸਧਾਰਨ ਬੁੱਧੀ ਵਾਲੇ ਜਨਰਲ ਇੰਟੈਲੀਜੈਂਸੀ, B, ਧੀਮੀ ਬੁੱਧੀ ਵਾਲੇ ਸਲੋ ਇੰਟੈਲੀਜੈਂਸੀ, C, ਤੇਜ਼ ਬੁੱਧੀ ਵਾਲੇ ਹਾਈ ਇੰਟੈਲੀਜੈਂਸੀ, ਜਾਂ D, ਅਪਰੋਪਰੀ ਸਾਰੇ ਹੀ ਆਲ ਆਫ ਅਬਵ। ਤਾਂ ਇਸ ਦਾ ਰਾਈਟ ਆਨਸਰ ਹੈ ਜੀ ਤੇਜ਼ ਬੁੱਧੀ ਵਾਲੇ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ, ਬੱਚੇ ਦੇ ਸੁਭਾਅ ਨੂੰ ਜਾਣਨ ਲਈ ਅਧਿਆਪਕ ਲਈ ਕਿਹੜੀਆਂ ਗੱਲਾਂ ਜ਼ਰੂਰੀ ਹਨ? What things are necessary for teacher to know the nature of child? A, ਸਮਾਜੀ ਵਿਗਿਆਨ ਸੋਸ਼ਲ ਸਾਇੰਸ, B, ਭੂਗੋਲ ਜੀਓਗ੍ਰਾਫੀ, C, ਬਾਲ ਮਨੋਵਿਗਿਆਨ ਚਾਈਲਡ ਸਾਈਕੋਲੋਜੀ, ਜਾਂ D, ਪ੍ਰਕਿਰਤਿਕ ਵਿਗਿਆਨ ਨੈਚੁਰਲ ਸਾਇੰਸ। ਤਾਂ ਇਸ ਦਾ ਰਾਈਟ ਆਨਸਰ ਹੈ ਜੀ ਬਾਲ ਮਨੋਵਿਗਿਆਨ। ਅਸੀਂ ਸਾਈਕੋਲੋਜੀ ਕਿਉਂ ਪੜ੍ਹ ਰਹੇ ਹਾਂ, ਅਸੀਂ ਬਾਲ ਮਨੋਵਿਗਿਆਨ ਕਿਉਂ ਪੜ੍ਹ ਰਹੇ ਹਾਂ? ਕਿਉਂਕਿ ਇੱਕ ਟੀਚਰ ਨੂੰ, ਠੀਕ ਹੈ, ਅਧਿਆਪਕ ਲਈ ਇਹ ਗੱਲਾਂ ਬਹੁਤ ਜ਼ਰੂਰੀ ਆ, ਜੋ ਕਿਸ ਵਿਸ਼ੇ ਵਿੱਚ ਪੜ੍ਹੀਆਂ ਜਾਂਦੀਆਂ, ਚਾਈਲਡ ਸਾਈਕੋਲੋਜੀ ਦੇ ਵਿੱਚ, ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਅਸੀਂ ਬੱਚੇ ਨੂੰ ਕਿਸ ਤਰੀਕੇ ਨਾਲ ਟੀਚ ਕਰਨਾ, ਅਗਰ ਕੋਈ ਬੱਚਾ ਡਿਸੇਬਿਲਿਟੀ ਵਾਲਾ ਉਸ ਨੂੰ ਕਿਵੇਂ ਟੀਚ ਕਰਨਾ। ਇਸ ਲਈ ਬੱਚੇ ਦੇ ਸੁਭਾਅ ਨੂੰ ਜਾਣਨ ਲਈ ਅਧਿਆਪਕ ਲਈ ਇਹ ਗੱਲਾਂ ਜ਼ਰੂਰੀ ਹਨ। ਤਾਂ ਕਿਸ ਵਿੱਚ ਉਹ ਕਿਹੜਾ ਵਿਸ਼ਾ ਜ਼ਰੂਰੀ ਹੈ? ਉਹ ਹੈ ਜੀ ਚਾਈਲਡ ਸਾਈਕੋਲੋਜੀ ਦੇ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਨੈਕਸਟ ਕੁਐਸਚਨ ਹੈ, ਕਿਸ ਅਵਸਥਾ ਵਿੱਚ ਬੱਚੇ ਦੇ ਜੀਵਨ ਦੀ ਨੀਂਹ ਰੱਖੀ ਜਾਂਦੀ ਹੈ? At which stage foundation of life child's life is laid? ठीक है, फाउंडेशन वर्ड क्या? A, शिशु अवस्था इन्फेंसी स्टेज, B, बाल अवस्था चाइल्डहुड स्टेज, C, पिछली अवस्था लास्ट स्टेज, या D है जी किशोर अवस्था एडोलसेंट स्टेज। तो इसका राइट आंसर है जी A। ठीक है, इन्फेंसी स्टेज जो असी अपनी बर्थ तो लैके, ठीक है, 2 years तक, ਤਾਂ ਇਹ ਜਿਹੜੀ ਕੀ ਹੈ ਏਜ ਨੂੰ ਫਾਊਂਡੇਸ਼ਨ ਆਫ ਚਾਈਲਡਸ ਲਾਈਫ ਵੀ ਜਿਹੜਾ ਕੀ ਆ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਨੈਕਸਟ ਕੁਐਸਚਨ ਹੈ, ਸਰਵਪੱਖੀ ਵਿਕਾਸ ਲਈ ਕੀ ਜ਼ਰੂਰੀ ਹੈ? ਵਟ ਇਜ਼ ਦੀ ਨੈਸੈਸਰੀ ਫॉर ਆਲ ਰਾਊਂਡ ਡਿਵੈਲਪਮੈਂਟ? ਠੀਕ ਹੈ, ਕੀ ਜ਼ਰੂਰੀ ਹੈ? A, ਸਿਹਤਮੰਦ ਵਾਤਾਵਰਣ ਹੈਲਦੀ ਇਨਵਾਇਰਮੈਂਟ, B, ਸਿਹਤਮੰਦ ਪਰਿਵਾਰ ਹੈਲਦੀ ਫੈਮਿਲੀ, C, ਵਧੀਆ ਸਮਾਜ ਗੁੱਡ ਸੁਸਾਇਟੀ, D, ਅਪਰੋਪਰੀ ਸਾਰੇ। ਤਾਂ ਆਪਾਂ ਨੂੰ ਪਤਾ ਹੀ ਹੈ ਕਿ ਸਾਰੇ ਜਿਹੜੇ ਆਪਸ਼ਨਸ ਪੋਜ਼ਿਟਿਵ ਆ।
ਠੀਕ ਹੈ। ਆਲ ਰਾਊਂਡ ਡਿਵੈਲਪਮੈਂਟ ਲਈ ਆਪਾਂ ਨੂੰ ਪਤਾ ਹੈ ਕਿ PSC ਦਾ ਫਾਰਮੂਲਾ ਹੈ ਨਾ, ਫਿਜ਼ੀਕਲੀ, ਸੋਸ਼ਲ, ਕੋਗਨਿਟਿਵ ਤੇ ਇਮੋਸ਼ਨ। ਤਾਂ ਉਸਦੇ ਲਈ ਸਾਡੀ ਹੈਲਥ ਵੀ ਜਿਹੜੀ ਕੀ ਹੈ, ਇਨਵਾਇਰਨਮੈਂਟ ਵਧੀਆ ਸਾਨੂੰ ਮਿਲਣਾ ਚਾਹੀਦਾ, ਤਾਂ ਹੀ ਸਾਡੀ ਡਿਵੈਲਪਮੈਂਟ ਵਧੀਆ ਹੋਗੀ। ਹੈਲਦੀ ਫੈਮਿਲੀ ਤੇ ਗੁੱਡ ਸੁਸਾਇਟੀ ਵਿੱਚ ਜੇ ਰਵਾਂਗੇ ਤਾਂ ਇਹ ਤਿੰਨੇ ਚੀਜ਼ਾਂ ਹੀ ਜਿਹੜੀਆਂ ਕਿ ਪ੍ਰਭਾਵ ਪਾਉਂਦੀਆਂ ਸਾਡੀ ਆਲ ਰਾਊਂਡ ਡਿਵੈਲਪਮੈਂਟ ਦੇ ਉੱਪਰ, ਤੇ ਇਸ ਲਈ ਇਹ ਚੀਜ਼ਾਂ ਜ਼ਰੂਰੀ ਹਨ। ਨੈਕਸਟ ਕੁਐਸਚਨ ਹੈ ਜੀ, ਪਰਪੱਕਤਾ ਦਾ ਸਿਧਾਂਤ ਕਿਸ ਨੇ ਦਿੱਤਾ ਹੈਗਾ? A ਗੈਸਲ, B ਫਰਾਇਡ, C ਜੇਮਸ ਜਾਂ D ਬੰਡੂਰਾ। ਮੋਸਟ ਇੰਪੋਰਟੈਂਟ ਇਸ ਤੇ ਵੀ ਕੁਐਸਚਨ ਜਿਹੜਾ ਕਿ ਆਏ ਹੋਏ ਆ ਐਗਜ਼ਾਮ ਦੇ ਵਿੱਚ। ਤਾਂ ਇਸ ਦਾ ਰਾਈਟ ਆਨਸਰ ਹੈ ਜੀ, ਪਰਪੱਕਤਾ ਦਾ ਸਿਧਾਂਤ ਜਿਹੜਾ ਕੀ ਹੈ ਗੈਸਲ ਨੇ ਦਿੱਤਾ। ਨੈਕਸਟ ਕੁਐਸਚਨ, ਵਿਕਾਸ ਵਿੱਚ PSRN ਦਾ ਮਤਲਬ ਕੀ ਹੈ? What is the meaning of PSRN? A problem solving, reasoning, numeracy. B problem solving, relationship and numeracy. C perceptual skill, reasoning and numeracy. D perceptual skill, relationship and numbers। ਇਸ ਦਾ ਰਾਈਟ ਆਨਸਰ ਹੈ ਜੀ, ਉਹ ਹੈ ਜੀ ਪ੍ਰੋਬਲਮ ਸੋਲਵਿੰਗ, ਰੀਜ਼ਨਿੰਗ ਤੇ ਨੂਮੈਰਿਸੀ। ਠੀਕ ਹੈ ਜੀ, ਵਿਕਾਸ ਦੇ ਵਿੱਚ, ਡਿਵੈਲਪਮੈਂਟ ਦੇ ਵਿੱਚ ਅਸੀਂ ਆਪਣੇ ਮਾਈਂਡ ਰਾਹੀਂ ਪ੍ਰੋਬਲਮ ਸੋਲਵ ਕਰਦੇ ਹਾਂ, ਰੀਜ਼ਨਿੰਗ ਕਰਦੇ ਹਾਂ। ਠੀਕ ਹੈ, ਸੰਖਿਆ ਦੇ ਬਾਰੇ ਸਾਨੂੰ ਨੌਲੇਜ ਹੁੰਦੀ ਹੈ। ਤਾਂ ਇਹ ਤਿੰਨੇ ਹੀ ਵਰਡ ਜਿਹੜੇ ਕੀ ਆ ਵਿਕਾਸ ਦੇ ਨਾਲ, ਜੇਕਰ ਆਪਾਂ ਕਹੀਏ ਇੰਟੈਲੀਜੈਂਸੀ ਦੇ ਨਾਲ ਬਹੁਤ ਮੇਲ ਖਾਂਦੇ ਆ, ਤਾਂ ਇਸ ਲਈ ਇਹ ਜਿਹੜਾ ਕੀ ਆ ਕੁਐਸਚਨ ਇੰਪੋਰਟੈਂਟ ਆ। ਤਾਂ ਇਸ ਤਰੀਕੇ ਦੀਆਂ ਵੀ ਕਈ ਵਾਰ ਆ ਜਾਂਦੇ ਹੁੰਦੇ, ਜਿਵੇਂ IEP ਦਾ ਮਤਲਬ ਕੀ ਹੁੰਦਾ, NCT ਦੀ ਫੁੱਲ ਫਾਰਮ ਪੁੱਛ ਲਈ ਜਾਂਦੀ ਹੈ। ਇਸੇ ਤਰੀਕੇ ਨਾਲ ਇਹੋ ਜਿਹੇ ਕੁਐਸਚਨ ਵੀ ਆਪਾਂ ਜ਼ਰੂਰ ਡਿਸਕਸ ਕਰਾਂਗੇ। ਤਾਂ ਅੱਜ ਆਪਾਂ ਜਿਹੜੇ ਕਿ 15 ਕੁਐਸਚਨ ਡਿਸਕਸ ਕੀਤੇ ਆ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ, ਤੇ ਮੈਨੂੰ ਕਮੈਂਟਸ ਕਰਕੇ ਜ਼ਰੂਰ ਦੱਸਿਓ ਜਿਨ੍ਹਾਂ ਨੇ ਵੀ ਇੱਕ ਜਿਹੜਾ ਕਿ ਟੈਸਟ ਅਟੈਂਪਟ ਕੀਤਾ ਹੈਗਾ, ਕਿ 15 ਦੇ ਵਿੱਚ ਤੁਹਾਡੇ ਕਿੰਨੇ ਜਿਹੜੇ ਕਿ ਆਨਸਰ ਸਹੀ ਗਏ ਨੇ। ਠੀਕ ਹੈ, ਉਹ ਮੈਨੂੰ ਜ਼ਰੂਰ ਦੱਸਿਓ ਤੁਸੀਂ। ਇਸੇ ਤਰੀਕੇ ਨਾਲ ਤੁਹਾਡੇ ਕਮੈਂਟਸ ਨਾਲ ਜਿਹੜਾ ਕਿ ਮੈਨੂੰ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਇਹੋ ਜਿਹੀ ਵੀਡੀਓਜ਼ ਬਣਾਉਣ ਲਈ। ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਮੇਰੀ ਇਸ ਵੀਡੀਓ ਨੂੰ ਵਾਚ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।